ਹੈਲੋ ਦੋਸਤੋ, ਲੋਡ ਉੱਤੇ ਵੱਖ-ਵੱਖ ਫੀਲਡ ਐਕਸਾਈਟੇਸ਼ਨ ਅਤੇ ਪਰਫਾਰਮੈਂਸ ਐਨਾਲਾਈਸਿਸ ਨਾਲ ਇੱਕ DC ਸ਼ੰਟ ਜਨਰੇਟਰ ਵਿੱਚ ਬਿਲਡਅਪ ਵੋਲਟੇਜ ਕਿਵੇਂ ਨਿਰਧਾਰਿਤ ਕਰਨਾ ਹੈ, ਇਸ ਐਕਸਰਸਾਈਜ਼ ਵਿੱਚ ਤੁਹਾਡਾ ਸਵਾਗਤ ਹੈ। ਇੱਕ DC ਸ਼ੰਟ ਜਨਰੇਟਰ ਦੇ ਟਰਮੀਨਲਸ ਦੀ ਜਾਂਚ ਅਤੇ ਪਛਾਣ ਕਰਨਾ। ਟੈਕੋਮੀਟਰ ਦੀ ਮਦਦ ਨਾਲ DC ਸ਼ੰਟ ਜਨਰੇਟਰ ਦੀ ਸਪੀਡ ਮਾਪਣਾ। DC ਸ਼ੰਟ ਜਨਰੇਟਰ ਕਨੈਕਟ ਕਰਨਾ ਅਤੇ ਵੋਲਟੇਜ ਬਣਾਉਣਾ। DC ਸ਼ੰਟ ਜਨਰੇਟਰ ਲੋਡ ਕਰਨਾ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਨਿਰਧਾਰਤ ਕਰਨਾ। ਆਓ ਇਹ ਐਕਸਰਸਾਈਜ਼ ਕਰਨ ਲਈ ਲੋੜੀਂਦੇ ਟੂਲਸ, ਮਟੀਰੀਅਲਸ ਅਤੇ ਮਸ਼ੀਨਰੀ ਇਕੱਠੀ ਕਰੀਏ। ਕੰਬੀਨੇਸ਼ਨ ਪਲਾਇਰਸ, ਸਕਰੂ ਡਰਾਈਵਰ, ਇਲੈਕਟ੍ਰੀਸ਼ੀਅਨਸ ਨਾਈਫ, ਟੈਕੋਮੀਟਰ, moving coil ammeter 0 to 1 ampere, moving coil voltmeter 0 to 300 volts, moving coil ammeter 0 to 20 ampere, DC shunt generator, rheostat, knife switch double pole, knife switch single pole, lamp load। ਦਿੱਤੇ ਗਏ DC ਸ਼ੰਟ ਜਨਰੇਟਰ ਦੇ ਨੇਮ ਪਲੇਟ ਡਿਟੇਲਸ ਪੜ੍ਹਨਾ ਅਤੇ ਵਿਆਖਿਆ ਕਰਨਾ। ਦਿੱਤੇ ਗਏ DC ਸ਼ੰਟ ਜਨਰੇਟਰ ਦੇ ਟਰਮੀਨਲਸ ਦੀ ਪਛਾਣ ਕਰਨਾ। ਟੈਸਟ ਲੈਂਪ ਦੀ ਵਰਤੋਂ ਕਰਕੇ ਟਰਮੀਨਲ ਪੇਅਰਸ ਦੀ ਪਛਾਣ ਕਰਨਾ। ਟੈਸਟ ਲੈਂਪ ਦੀ ਚਮਕ ਨਾਲ ਆਰਮੇਚਰ ਅਤੇ ਫੀਲਡ ਵਾਈਂਡਿੰਗਸ ਦੀ ਪਛਾਣ ਕਰਨਾ। ਸਰਕਟ ਡਾਇਗਰਾਮ ਦੇ ਅਨੁਸਾਰ ਸਰਕਟ ਕਨੈਕਟ ਕਰੋ। ਫੀਲਡ ਸਵਿਚ ਚਾਲੂ ਰੱਖੋ ਅਤੇ ਫੀਲਡ ਰਿਓਸਟੈਟ ਨੂੰ ਕਟ-ਇਨ ਸਥਿਤੀ ਜਾਂ ਮਿਨੀਮਮ ਸਥਿਤੀ ਵਿੱਚ ਰੱਖੋ। ਪ੍ਰਾਈਮ ਮੂਵਰ ਨੂੰ DC ਸ਼ੰਟ ਜਨਰੇਟਰ ਨਾਲ ਜੋੜ ਕੇ ਸ਼ੁਰੂ ਕਰੋ। ਰੋਟੇਸ਼ਨ ਦੀ ਦਿਸ਼ਾ DC ਜਨਰੇਟਰ ਤੇ ਮਾਰਕ ਕੀਤੀ ਦਿਸ਼ਾ ਦੇ ਅਨੁਸਾਰ ਹੋਣੀ ਚਾਹੀਦੀ ਹੈ, ਜੇ ਨਹੀਂ ਤਾਂ ਪ੍ਰਾਈਮ ਮੂਵਰ ਦੀ ਰੋਟੇਸ਼ਨ ਦੀ ਦਿਸ਼ਾ ਬਦਲੋ। ਟੈਕੋਮੀਟਰ ਦੀ ਮਦਦ ਨਾਲ ਜਨਰੇਟਰ ਦੀ ਸਪੀਡ ਮਾਪੋ। 1 ਮਿੰਟ ਜਾਂ RPM ਵਿੱਚ ਮਸ਼ੀਨ ਦੁਆਰਾ ਕੀਤੀਆਂ ਰੈਵੋਲੂਸ਼ਨਸ ਦੀ ਸੰਖਿਆ। ਪ੍ਰਾਈਮ ਮੂਵਰ ਦੀ ਸਪੀਡ ਇਸ ਤਰ੍ਹਾਂ ਐਡਜਸਟ ਕਰੋ ਕਿ ਜਨਰੇਟਰ ਆਪਣੀ ਰੇਟ ਕੀਤੀ ਸਪੀਡ ਤੇ ਚੱਲੇ। ਪੂਰੇ ਪ੍ਰਯੋਗ ਦੌਰਾਨ ਸਪੀਡ ਕਾਂਸਟੈਂਟ ਰੱਖੋ। ਆਰਮੇਚਰ ਵਿੱਚ ਪ੍ਰੇਰਿਤ ਵੋਲਟੇਜ ਮਾਪੋ ਅਤੇ ਟੈਬੂਲੇਸ਼ਨ ਵਿੱਚ ਮਾਪੀ ਗਈ ਵੈਲਿਊ ਨੋਟ ਕਰੋ। ਇਹ ਪ੍ਰੇਰਿਤ ਵੋਲਟੇਜ ਰੈਜ਼ੀਡਿਊਅਲ ਮੈਗਨੇਟਿਜ਼ਮ ਦੇ ਕਾਰਨ ਹੈ, ਕਿਉਂਕਿ ਫੀਲਡ ਕਰੰਟ 0 ਹੈ। ਜੇਕਰ ਫੀਲਡ ਪੋਲਸ ਵਿੱਚ ਰੈਜ਼ੀਡਿਊਅਲ ਮੈਗਨੇਟਿਜ਼ਮ ਨਹੀਂ ਹੈ ਤਾਂ ਕੋਈ ਰੈਜ਼ੀਡਿਊਅਲ ਵੋਲਟੇਜ ਨਹੀਂ ਹੋਵੇਗੀ। ਅਜਿਹੀ ਸਥਿਤੀ ਵਿੱਚ ਫੀਲਡ ਵਾਈਂਡਿੰਗ ਨੂੰ DC ਸੋਰਸ ਜਿਵੇਂ ਕਿ ਬੈਟਰੀ ਨਾਲ ਥੋੜੇ ਸਮੇਂ ਲਈ ਕਨੈਕਟ ਕਰਕੇ ਰੈਜ਼ੀਡਿਊਅਲ ਮੈਗਨੇਟਿਜ਼ਮ ਨੂੰ ਮੁੜ ਬਣਾਇਆ ਜਾ ਸਕਦਾ ਹੈ। ਫੀਲਡ ਸਰਕਟ ਸਵਿਚ ਬੰਦ ਕਰੋ ਅਤੇ ਫੀਲਡ ਰਿਓਸਟੈਟ ਦੀ ਰੈਜ਼ਿਸਟੈਂਸ ਘਟਾ ਕੇ ਹੌਲੀ-ਹੌਲੀ ਫੀਲਡ ਕਰੰਟ ਨੂੰ 0.1 ਐਂਪੀਅਰ ਤੱਕ ਵਧਾਓ। ਜੇ ਜਨਰੇਟਰ ਮਾਰਕ ਕੀਤੀ ਦਿਸ਼ਾ ਵਿੱਚ ਚੱਲਣ ਦੇ ਬਾਵਜੂਦ ਵੋਲਟੇਜ ਬਣਾਉਣ ਵਿੱਚ ਸਮਰੱਥ ਨਹੀਂ ਹੈ ਤਾਂ ਪ੍ਰਾਈਮ ਮੂਵਰ ਨੂੰ ਬੰਦ ਕਰੋ ਅਤੇ ਫਿਰ ਜਨਰੇਟਰ ਦੇ ਫੀਲਡ ਟਰਮੀਨਲਸ ਬਦਲ ਦਿਓ। ਫੀਲਡ ਟਰਮੀਨਲ ਦੇ E1 ਤੋਂ ਐਮਮੀਟਰ ਦੇ ਪੋਜ਼ਿਟਿਵ ਟਰਮੀਨਲ ਅਤੇ ਟਰਮੀਨਲ E2 ਤੋਂ ਸਵਿਚ ਵਰਗਾ ਕੁਝ। ਫੀਲਡ ਰਿਓਸਟੈਟ ਜਾਂ ਰੈਗੂਲੇਟਰ ਬਦਲਦੇ ਹੋਏ ਇਸ ਨੂੰ ਅੱਗੇ ਦੀ ਦਿਸ਼ਾ ਵਿੱਚ ਪੋਜ਼ਿਟਿਵਲੀ ਅਤੇ ਹੌਲੀ-ਹੌਲੀ ਕੀਤਾ ਜਾਣਾ ਚਾਹੀਦਾ ਹੈ। ਰਿਵਰਸ ਮੂਵਮੈਂਟ ਤੋਂ ਬਚਣਾ ਚਾਹੀਦਾ ਹੈ। 0.1 ਐਂਪੀਅਰ ਦੇ ਸਟੈਪ ਵਿੱਚ ਫੀਲਡ ਕਰੰਟ ਹੌਲੀ-ਹੌਲੀ ਵਧਾਓ ਅਤੇ ਹਰ ਸਟੈਪ ਲਈ ਫੀਲਡ ਕਰੰਟ ਅਤੇ ਸੰਬੰਧਿਤ ਇੰਡਿਊਸਡ ਵੋਲਟੇਜ ਨੋਟ ਕਰੋ। ਫੀਲਡ ਕਰੰਟ ਉਦੋਂ ਤੱਕ ਵਧਾਓ ਜਦੋਂ ਤੱਕ ਇੰਡਿਊਸਡ ਵੋਲਟੇਜ ਰੇਟ ਕੀਤੀ ਮੁੱਲ ਦੇ 125% ਤੋਂ ਉੱਪਰ ਨਹੀਂ ਪਹੁੰਚ ਜਾਂਦੀ। ਅੰਤਰਾਲਾਂ ਤੇ ਜਨਰੇਟਰ ਦੀ ਸਪੀਡ ਦੀ ਜਾਂਚ ਕਰੋ। ਜੇ ਲੋਡ ਹੋਵੇ ਤਾਂ ਇਸ ਨੂੰ ਰੇਟਡ ਵੈਲਿਊ ਤੇ ਐਡਜਸਟ ਕਰੋ। DC ਜਨਰੇਟਰ ਅਤੇ ਪ੍ਰਾਈਮ ਮੂਵਰ ਨੂੰ ਸਵਿਚ ਆਫ ਕਰੋ। Y ਐਕਸਿਸ ਵਿੱਚ ਇੰਡਿਊਸਡ ਵੋਲਟੇਜ ਅਤੇ X ਐਕਸਿਸ ਵਿੱਚ ਫੀਲਡ ਕਰੰਟ ਰੱਖਦੇ ਹੋਏ ਗ੍ਰਾਫ ਬਣਾਓ। ਵੱਖ-ਵੱਖ ਲੋਡ ਤੇ DC ਸ਼ੰਟ ਜਨਰੇਟਰ ਦਾ ਪਰਫਾਰਮੈਂਸ ਐਨਾਲਿਸਿਸ ਨਿਰਧਾਰਤ ਕਰਨਾ। ਮਲਟੀਮੀਟਰ ਦੀ ਵਰਤੋਂ ਕਰਕੇ ਆਰਮੇਚਰ ਰੈਜ਼ਿਸਟੈਂਸ ਮਾਪੋ। ਮਲਟੀਮੀਟਰ ਨੂੰ ਰੈਜ਼ਿਸਟੈਂਸ ਮੋਡ ਜਾਂ ਕੱਟ ਵੈਲਿਊ ਤੇ ਸੈੱਟ ਕਰੋ ਅਤੇ ਮਲਟੀਮੀਟਰ ਪ੍ਰੋਬਸ ਨੂੰ ਆਰਮੇਚਰ ਟਰਮੀਨਲਸ ਵਿੱਚ ਰੱਖੋ। ਨੋਟ ਦ ਰੀਡਿੰਗਸ। ਦਿੱਤੇ DC ਸ਼ੰਟ ਜਨਰੇਟਰ ਦੀ ਸਮਰੱਥਾ ਦੇ ਅਨੁਸਾਰ ਉਚਿਤ ਕੇਬਲ, ਸਵਿਚ, ਲੋਡ ਅਤੇ ਮੀਟਰਸ ਚੁਣੋ।
ਮੀਟਰ, ਰਿਓਸਟੈਟ ਅਤੇ ਲੈਂਪ ਲੋਡ ਨੂੰ DC ਸ਼ੰਟ ਜਨਰੇਟਰ ਦੇ ਟਰਮੀਨਲਸ ਨਾਲ ਕਨੈਕਟ ਕਰੋ, ਜਿਵੇਂ ਕਿ ਸਰਕਟ ਡਾਇਗਰਾਮ ਵਿੱਚ ਦਿਖਾਇਆ ਗਿਆ ਹੈ। ਲੋਡ ਸਵਿਚ ਔਨ ਰੱਖੋ ਅਤੇ ਲੈਂਪ ਲੋਡ ਵਿੱਚ ਸਾਰੇ ਸਰਕਟ ਸਵਿਚ ਆਫ ਕਰੋ। ਫੀਲਡ ਰੈਗੂਲੇਟਰ ਰੈਜ਼ਿਸਟੈਂਸ ਨੂੰ ਕਟ-ਇਨ ਸਥਿਤੀ ਜਾਂ ਮਿਨੀਮਮ ਪੋਜੀਸ਼ਨ ਵਿੱਚ ਰੱਖੋ। ਪ੍ਰਾਈਮ ਮੂਵਰ ਸ਼ੁਰੂ ਕਰਨ ਦੀ ਵਿਧੀ ਅਤੇ ਇਸ ਦੀ ਸਪੀਡ ਨੂੰ ਐਡਜਸਟ ਕਰਨ ਦੀ ਵਿਧੀ ਬਾਰੇ ਸਪਸ਼ਟ ਰਹੋ। ਪ੍ਰਾਈਮ ਮੂਵਰ ਸ਼ੁਰੂ ਕਰੋ ਅਤੇ ਇਸ ਨੂੰ ਜਨਰੇਟਰ ਦੀ ਰੇਟਡ ਸਪੀਡ ਤੇ ਲਿਆਓ। ਫੀਲਡ ਰਿਓਸਟੈਟ ਐਡਜਸਟ ਕਰਕੇ ਜਨਰੇਟਰ ਦੀ ਵੋਲਟੇਜ ਇਸ ਦੀ ਰੇਟਡ ਵੈਲਿਊ ਵਿੱਚ ਬਣਾਓ। ਟੈਬੂਲੇਸ਼ਨ ਵਿੱਚ ਓਪਨ ਸਰਕਟ ਵੋਲਟੇਜ ਦੀ ਵੈਲਿਊ ਦਰਜ ਕਰੋ। ਓਪਨ ਸਰਕਟ ਵੋਲਟੇਜ V E-LA ਅਤੇ RA ਨਾਲ ਗੁਣਾ ਕਰਨ ਦੇ ਬਰਾਬਰ ਨਿਰਧਾਰਤ ਕਰੋ, ਜਿੱਥੇ E ਇੰਡਿਊਸਡ EMF ਹੈ, LA ਆਰਮੇਚਰ ਕਰੰਟ ਹੈ, RA ਆਰਮੇਚਰ ਰੈਜ਼ਿਸਟੈਂਸ ਹੈ। ਆਰਮੇਚਰ ਕਰੰਟ LA IL ਜਮਾ ISH ਦੇ ਬਰਾਬਰ ਨਿਰਧਾਰਤ ਕਰੋ, ਜਿੱਥੇ IL ਲੋਡ ਕਰੰਟ ਹੈ, ISH ਫੀਲਡ ਕਰੰਟ ਹੈ। ਲੋਡ ਨਾ ਹੋਣ ਦੀ ਸਥਿਤੀ ਵਿੱਚ IL 0 ਦੇ ਬਰਾਬਰ ਹੈ, ਇਸ ਲਈ LA ISH ਦੇ ਬਰਾਬਰ ਹੈ। ਇਸ ਲਈ ਲੋਡ ਨਾ ਹੋਣ ਤੇ ਟਰਮੀਨਲ ਵੋਲਟੇਜ ਇਹ ਹੁੰਦੀ ਹੈ V E-0 ਜਮਾ ISH ਅਤੇ RA ਨਾਲ ਗੁਣਾ ਕਰਨ ਦੇ ਬਰਾਬਰ ਹੈ। ਲੋਡ ਸਵਿਚ ਬੰਦ ਕਰੋ ਅਤੇ ਹੌਲੀ-ਹੌਲੀ ਕੁਝ ਲੈਂਪਾਂ ਔਨ ਕਰਕੇ ਜਨਰੇਟਰ ਲੋਡ ਕਰੋ। ਸੰਬੰਧਿਤ ਟਰਮੀਨਲ ਵੋਲਟੇਜ, ਸ਼ੰਟ ਫੀਲਡ ਕਰੰਟ, ਲੋਡ ਕਰੰਟ ਰੀਡ ਕਰੋ ਅਤੇ ਉਹਨਾਂ ਨੂੰ ਟੈਬੂਲੇਸ਼ਨ ਵਿੱਚ ਰਿਕਾਰਡ ਕਰੋ। ਅੰਤਰਾਲਾਂ ਤੇ ਜਨਰੇਟਰ ਦੀ ਗਤੀ ਦੀ ਜਾਂਚ ਕਰੋ ਅਤੇ ਇਸ ਨੂੰ ਰੇਟਡ ਵੈਲਿਊ ਤੇ ਐਡਜਸਟ ਕਰੋ। ਲੋਡ ਕਰੰਟ ਨੂੰ ਇਸ ਦੀ ਰੇਟਡ ਵੈਲਿਊ ਦੇ 125% ਤੱਕ ਵਧਾਓ। ਟੈਬੂਲੇਸ਼ਨ ਵਿੱਚ ਲੋਡ ਕਰੰਟ ਦੇ ਹਰ ਸਟੈਪ ਲਈ ਸੰਬੰਧਿਤ ਟਰਮੀਨਲ ਵੋਲਟੇਜ ਅਤੇ ਫੀਲਡ ਕਰੰਟ ਨੋਟ ਕਰੋ। ਹੌਲੀ-ਹੌਲੀ ਕਰੰਟ ਨੂੰ 0 ਤੱਕ ਘਟਾਓ ਅਤੇ ਲੋਡ ਸਰਕਟ ਅਤੇ ਪ੍ਰਾਈਮ ਮੂਵਰ ਸਵਿਚ ਆਫ ਕਰੋ। Y ਐਕਸਿਸ ਵਿੱਚ ਟਰਮੀਨਲ ਵੋਲਟੇਜ ਅਤੇ X ਐਕਸਿਸ ਵਿੱਚ ਲੋਡ ਕਰੰਟ ਰੱਖ ਕੇ ਇੱਕ DC ਸ਼ੰਟ ਜਨਰੇਟਰ ਦੀ ਬਾਹਰੀ ਵਿਸ਼ੇਸ਼ਤਾ ਦਾ ਗ੍ਰਾਫ ਬਣਾਓ। ਮੈਨੂੰ ਉਮੀਦ ਹੈ ਕਿ ਇਹ ਵੀਡੀਓ ਦੇਖ ਕੇ ਤੁਸੀਂ ਇਹ ਕਰ ਸਕੋਗੇ। ਇੱਕ DC ਸ਼ੰਟ ਜਨਰੇਟਰ ਦੇ ਟਰਮੀਨਲਸ ਦੀ ਜਾਂਚ ਅਤੇ ਪਛਾਣ ਕਰਨਾ। ਟੈਕੋਮੀਟਰ ਦੀ ਮਦਦ ਨਾਲ DC ਸ਼ੰਟ ਜਨਰੇਟਰ ਦੀ ਸਪੀਡ ਮਾਪਣਾ। DC ਸ਼ੰਟ ਜਨਰੇਟਰ ਕਨੈਕਟ ਕਰਨਾ ਅਤੇ ਵੋਲਟੇਜ ਬਣਾਉਣਾ। DC ਸ਼ੰਟ ਜਨਰੇਟਰ ਲੋਡ ਕਰਨਾ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਨਿਰਧਾਰਤ ਕਰਨਾ। ਇੱਥੇ ਐਕਸਰਸਾਈਜ਼ ਖਤਮ ਹੁੰਦੀ ਹੈ। ਅਗਲੇ ਐਕਸਰਸਾਈਜ਼ ਵਿੱਚ ਮਿਲਦੇ ਹਾਂ।